सतनाम श्री वाहिगुरु साहिब जी। तुद आगे अरदास हमारी, जियो पिंड सब तेरा। कहो नानक सब तेरी वड्याई। कोई नाओ न जाने मेरा। टिंडोत बंदन अनक बार, सर्व कला समरथ डोलन ते राख प्रभु। नानक दे कर हथ। परम सत्कारयोग सतगुरां दी साजी नवाजी गुरु रूप साध संगत जी, धन धन श्री गुरु ग्रंथ साहिब महाराज सच्चे पातशाह जी ने कृपा रहमत बख्श की है। सतगुरां ने अंमृत वेला बख्श किया है। आओ अपनी मन बुद्धियां नूं एकागर करिए, सतगुरां दे चरनां विच शीश झुकाइए, गज के फतेह बुलाओ जी। वाहिगुरू जी का खालसा, वाहिगुरू जी की फतेह। आओ आपां धन बाबा कबीर जी दे श्लोकां दी विचार व्याख्या सहित चल रही है लड़ीवार। आओ अगे बाबा कबीर जी की कह रहे हैं। कबीर कागद की ओबरी, मस के कर्म कपाट। ओबरी हुंदी कैद खाने की कोठड़ी। बाबा कबीर जी कह रहे हैं कि इन्हां पंडितां ते शास्त्रां मानो कैद खाना ਹਨ। इन्हां शास्त्रां विच सहाई नाल लिखी हुई कर्म कांड की मर्यादा मानो उस कैद खाने के बंद दरवाजे हैं। पान बोरी प्रथमी पंडित पाड़ी बाट। बोरी मतलब डोब दिती। इस कैद खाने विच रखियां पत्थर दियां मूर्तियां ने धरती ने बंदियां नूं संसार समुद्र विच डोब दिता है। पंडित लोग डाके मार रहे हन, भाव सदा दिल लोकां नूं शास्त्रां दी कर्म कांड की मर्यादा ते मूर्ति पूजा विच ला के दशना दान दे राही लुट रहे हैं। जिन्ना दान दे दिओ, इन्नी दशना दे दिओ। बाबा कबीर जी कह रहे हैं, कबीर काल करंता अबे कर, अब करता सोए ताल। परमात्मा का सिमरन करने विच कदे आलस ना कर, भलके सिमरन करांगा, ये सलाह करदा हुणे ही सिमरन कर। कल नूं सिमरन करांगा, सिमरन भलके सिमरन शुरू करन दी थां हुणे ही शुरू कर दे, नहीं तां पलक पलक करदियां बाबा जी कह रहे ने पाशे कछू न होएगा। जो सिर पर आवे काल। जदों मौत सिर ते आ जाती है तो उस वेले उस समय जान ते कुछ नहीं हो सकता। इस करके बाबा जी कह रहे ने हुणे ही सिमरन संगत करनी शुरू कर दे, हुणे ही। कबीर ऐसा जंत एक देखिया, जिस तोई लाख। बाबा कबीर जी कह रहे हैं, मैं एक अजिहा मनुख वेख्या है जिसने कदे परमात्मा का सिमरन नहीं सी कीता। वो बाहरों वेखण नूं धोती हुई चमकदी लाख वर्गा सी। दिसे
चंचल बहु गुना मतहीना नापाक। चंचल चलाक चुस्त नापाक अपवित्र गंदे जीवन वाला। प्रभु की याद तो खुंझिया होया मनुख भावें बहुत ही चुस्त चलाक दिसदा होवे, पर ਉਹ ਅਸਲ ਵਿੱਚ ਅਕਲ ਤੋਂ ਸਖਣਾ ਹੁੰਦਾ ਹੈ, ਕਿਉਂਕਿ ਵਾਹਿਗੁਰੂ ਪ੍ਰਭੂ ਦੇ ਰਾਮ ਤੋਂ ਵਿਛੜ ਕੇ ਉਸ ਦਾ ਜੀਵਨ ਗੰਦਾ ਹੁੰਦਾ ਹੈ, ਮਾੜਾ ਜੀਵਨ ਬਿਤਾ ਰਿਹਾ ਹੈ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ। ਤਿਸਕਾਰ ਹੁੰਦਾ ਨਰਾਦਰੀ ਹਤਕ। ਬਾਬਾ ਜੀ ਕਹਿ ਰਹੇ ਨੇ, ਪ੍ਰਭੂ ਦੀ ਯਾਦ ਤੋਂ ਭੁੱਲਿਆ ਹੋਇਆ ਮਨੁੱਖ ਬੜਾ ਚੁਸਤ ਚਲਾਕ ਹੁੰਦਾ ਹੋਇਆ ਵੀ ਅਕਲਹੀਨ ਤੇ ਫਟਕਾਰਯੋਗ ਹੁੰਦਾ ਹੈ, ਕਿਉਂਕਿ ਉਸ ਦਾ ਜੀਵਨ ਨੀਵਾਂ ਰਹਿ ਜਾਂਦਾ ਹੈ। ਪਰ ਮੇਰੇ ਉਸ ਉੱਤੇ ਪ੍ਰਭੂ ਦੀ ਮਿਹਰ ਹੋਈ ਹੈ। ਦੁਨੀਆ ਦੇ ਲੋਕ ਤਾਂ ਕਿਤੇ ਰਹੇ, ਮੇਰੀ ਅਕਲ ਨੂੰ ਜਮਰਾਜ ਵੀ ਫਟਕਾਰ ਨਹੀਂ ਪਾ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਜਿਨ ਇਹੋ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਪਰਵਦਗਾਰ ਇੱਥੇ ਬਾਬਾ ਜੀ ਕਹਿ ਰਹੇ ਨੇ, ਦੁਨੀਆ ਥਰ ਥਰ ਕੰਬਦੀ ਹੈ। ਭਗਤੀ ਕਰਨ ਵਾਲੇ ਨੂੰ ਵੀ ਉਹ ਵੀ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਇੱਕ ਸਧਾਰਨ ਜਿਹਾ ਜੀਵ ਜਾਪਦਾ ਹੈ। ਉਸ ਪਾਸੋਂ ਰਤਾ ਭਰ ਵੀ ਨਹੀਂ ਡਰਦੇ। ਸੋ ਉਸ ਪ੍ਰਮਾਤਮਾ ਨੂੰ, ਕਿਉਂਕਿ ਮੈਂ ਉਸ ਪਾਲਣਹਾਰ ਪ੍ਰਭੂ ਨੂੰ ਸਿਮਰਿਆ ਹੈ, ਜਿਸ ਨੇ ਇਸ ਵਿਚਾਰੇ ਜਮ ਨੂੰ ਪੈਦਾ ਕੀਤਾ ਹੈ। ਕਬੀਰ ਕਸਤੂਰੀ ਭਇਆ ਭਵਰ ਭੈ ਸਭ ਦਾਸ। ਕਬੀਰ ਹੁੰਦਾ ਸਭ ਤੋਂ ਵੱਡਾ ਪਰਮਾਤਮਾ, ਪਰਮ ਆਤਮਾ। ਆਤਮਾ ਭਇਆ ਹੋ ਜਾਂਦਾ ਹੈ। ਭਗਤੀ ਕਰਨ ਵਾਲਿਆਂ ਨੂੰ ਪਰਮਾਤਮਾ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕਸਤੂਰੀ ਹੈ। ਸਾਰੇ ਭਗਤ ਉਸ ਦੇ ਭੌਰੇ ਬਣ ਜਾਂਦੇ ਹਨ, ਜਿਵੇਂ ਭੌਰੇ ਫੁੱਲ ਦੀ ਸੁਗੰਧੀ ਵਿੱਚ ਮਸਤ ਹੋ ਜਾਂਦੇ ਹਨ ਤੇ ਕਿਤੇ ਗੰਦੀ ਬੰਦੀ ਬੋ ਵਾਲੀ ਥਾਂ ਵੱਲ ਨਹੀਂ ਜਾਂਦੇ। ਤਿਵੇਂ ਭਗਤ ਪਰਮਾਤਮਾ ਦੇ ਪਿਆਰ ਦੀ ਸੁਗੰਧੀ ਵਿੱਚ ਲੀਨ ਰਹਿੰਦੇ ਹਨ ਅਤੇ ਪਦਾਰਥਾਂ ਵੱਲ ਨਹੀਂ ਪਰਤਦੇ। ਜਿਉਂ-ਜਿਉਂ ਭਗਤ ਕਬੀਰ ਕੀ ਤਿਉਂ-ਤਿਉਂ ਰਾਮ ਨਿਵਾਸ। ਜਿਉਂ-ਜਿਉਂ ਪ੍ਰਮਾਤਮਾ ਦੀ ਭਗਤੀ ਕਰਦੇ ਹਨ, ਤਿਉਂ-ਤਿਉਂ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਜਿਹੇ ਮਨੁੱਖਾਂ ਦੀ ਅਕਲ ਨੂੰ ਕੌਣ ਫਟਕਾਰ ਪਾ ਸਕਦਾ ਹੈ। ਕਬੀਰ ਗਹਿ ਗੱਜ ਭਰਿਓ ਕੁਟੰਬ ਕੈ, ਕਾਂਠੇ ਰਹਿ ਗਏ ਹੋ ਰਾਮ। ਬਾਬਾ ਕਬੀਰ ਜੀ ਕਹਿ ਰਹੇ ਨੇ, ਜੋ ਮਨੁੱਖ ਟੱਬਰ ਦੇ ਗਾਹੜ ਵਿੱਚ ਹੀ ਫਸਿਆ ਰਹਿੰਦਾ ਹੈ, ਟੱਬਰ ਦੇ ਝਮੇਲੇ ਵਿੱਚ, ਪਰਮਾਤਮਾ ਦਾ ਭਜਨ ਉਸ ਦੇ ਹਿਰਦੇ ਤੋਂ ਲਾਂਭੇ ਹੀ ਰਹਿ ਜਾਂਦਾ ਹੈ। ਆਏ ਪਰੇ ਧਰਮ ਰਾਏ ਕੈ, ਬੀਚੇ ਧੁੰਮਾ ਧਾਮ। ਬਾਬਾ ਜੀ ਕਹਿ ਰਹੇ ਨੇ, ਇਸ ਰੋਲੇ ਗੋਲੇ ਵਿੱਚ ਹੀ ਫਸੇ ਹੋਏ ਦੇ ਪਾਸ ਧਰਮਰਾਜ ਦੇ ਭੇਜੇ ਹੋਏ ਦੂਤ ਆ ਆਪੜਦੇ ਹਨ। ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਕਬੀਰ ਸਾਕਤ ਤੇ ਸ਼ੂਕਰ ਭਲਾ, ਰਾਖੇ ਹਾਛਾ ਗਾਓ। ਸਾਕਤ ਤੇ ਰੱਬ ਨਾਲ ਟੁੱਟੇ ਹੋਏ ਮਨੁੱਖ, ਸ਼ੂਕਰ ਹੁੰਦਾ ਸੂਰ, ਆਛਾ ਸਾਫ, ਗਾਉ ਹੁੰਦਾ ਪਿੰਡ। ਬਾਬਾ ਕਬੀਰ ਜੀ ਕਹਿ ਰਹੇ ਨੇ, ਪਰਮਾਤਮਾ ਨੂੰ ਵਿਸਾਰ ਦੇਣ ਵਾਲੇ ਸਾਕਤ ਨਾਲੋਂ ਤਾਂ ਸੂਰ ਹੀ ਚੰਗਾ ਜਾਣੋ। ਪਿੰਡ ਦੇ ਦਿਵਾਲੇ ਦਾ ਗੰਦ ਖਾ ਕੇ ਪਿੰਡ ਨੂੰ ਸਾਫ ਸੁਥਰਾ ਰੱਖਦਾ ਹੈ। ਬਾਬਾ ਜੀ ਭਗਤ ਜੀ ਸਾਨੂੰ ਉਦਾਹਰਨ ਦੇ ਰਹੇ ਨੇ ਕਸੂਰ ਦੀ। ਉਹੀ ਚੰਗਾ ਹੈ ਸਾਕਤ ਦੇ ਨਾਲੋਂ, ਜਿਹੜਾ ਪਿੰਡ ਦੀ ਗੰਦਗੀ ਤਾਂ ਸਾਫ਼ ਕਰਦਾ ਹੈ। ਉਹ ਸਾਕਤ ਬੱਕਰਾ ਮਰ ਗਿਆ, ਕੋਇ ਨ ਲਹੇ ਨਾਉ।
ਜਦੋਂ ਮੰਦਭਾਗੀ ਸਾਖਤ ਮਰ ਜਾਂਦਾ ਹੈ, ਕਿਸੇ ਨੂੰ ਉਸ ਦਾ ਚੇਤਾ ਵੀ ਨਹੀਂ ਰਹਿ ਜਾਂਦਾ, ਭਾਵੇਂ ਉਹ ਜਿਉਂਦਿਆਂ ਕਿਤਨਾ ਹੀ ਵੱਡਾ ਬਣ ਬਹਿੰਦਾ ਰਿਹਾ ਹੋਵੇ। ਬਾਬਾ ਕਬੀਰ ਜੀ ਅੱਗੇ ਗੱਲ, ਕਬੀਰ ਕੌਡੀ ਕੌਡੀ ਜੋਰ ਕੈ, ਜੋਰੇ ਲੱਖ ਕਰੋੜ। ਬਾਬਾ ਕਬੀਰ ਜੀ ਕਹਿ ਰਹੇ ਨੇ, ਪ੍ਰਭੂ ਨਾਲੋਂ ਟੁੱਟ ਕੇ ਨਿਰੀ ਮਾਇਆ ਜੋੜਨ ਦਾ ਵੀ ਕੀ ਲਾਭ ਹੈ। ਜਿਸ ਮਨੁੱਖ ਨੇ ਤਰਲਿਆਂ ਨਾਲ ਜੋੜ ਜੋੜ ਕੇ ਲੱਖਾਂ ਕਰੋੜਾਂ ਰੁਪਈਏ ਵੀ ਇਕੱਠੇ ਕਰ ਲਏ ਹੋਣ, ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋਰ। ਬਾਬਾ ਜੀ ਚਲਤੀ ਬਾਰ, ਸੰਸਾਰ ਤੋਂ ਤੁਰਨ ਵੇਲੇ, ਮਰਨ ਵੇਲੇ ਲੰਗੋਟੀ, ਲੰਗੋਟੀ ਕਿਹਨੂੰ ਕਹਿੰਦੇ ਨੇ? ਉਸ ਦੇ ਸਰੀਰ ਨੂੰ ਸਧਾਰਨ ਹਾਲਾਤਾਂ ਵਿੱਚ ਉਸ ਦੇ ਸੰਬੰਧੀ ਨਵਾ ਧਵਾ ਕੇ ਕੱਪੜੇ ਪਾ ਕੇ ਸਾੜਦੇ ਦੱਬਦੇ ਹਨ। ਇਹ ਨਹੀਂ ਹੁੰਦਾ ਕਿ ਉਸ ਦੇ ਲੱਕ ਦੀ ਲੰਗੋਟੀ ਵੀ ਲਾ ਲੈਣ। ਪਰ ਪੁਰਾਣੇ ਸਮੇਂ ਵਿੱਚ ਵਪਾਰੀ ਲੋਕ ਘਰੋਂ ਤੁਰਨ ਵੇਲੇ ਰੁਪਈਆਂ ਨੂੰ ਬਾਂਸਰੀ ਵਿੱਚ ਪਾ ਕੇ ਲੱਕ ਨਾਲ ਬੰਨ੍ਹ ਲੈਂਦੇ ਸਨ, ਤਾਂ ਕਿ ਚੁਰਾਏ ਨਾ ਜਾ। ਬਾਂਸਰੀ ਇੱਕ ਲੰਮੀ ਤੇ ਭੀੜੀ ਥੈਲੀ ਹੁੰਦੀ ਹੈ, ਜਿਸ ਵਿੱਚ ਗਲਾਈ ਵਾਲੇ ਪਾਸੇ ਮਸਾਂ 1 ਰੁਪਈਆ ਆ ਸਕੇ। ਸੋ ਲੰਮੇ ਦਿਆਂ ਉਸ ਨੂੰ ਰੁਪਈਆਂ ਨਾਲ ਭਰ ਲਈਦਾ ਹੈ। ਬਾਂਸਰੀ ਦੇ ਦੋਵਾਂ ਸਿਰਿਆਂ ਉੱਤੇ ਤਣੀਆਂ ਹੁੰਦੀਆਂ ਹਨ। ਦੋਵੇਂ ਸਿਰੇ ਬੰਦ ਕਰਕੇ ਲੱਕ ਦੁਆਲੇ ਬੰਨ੍ਹ ਲਈਦੀ ਹੈ। ਜਿਸ ਮਨੁੱਖ ਨੂੰ ਆਪਣੇ ਕਮਾਏ ਰੁਪਈਏ ਦਾ ਬਹੁਤਾ ਫਿਕਰ ਰਹੇ, ਉਹ ਹਰ ਵੇਲੇ ਵੀ ਬੰਨੀ ਫਿਰਦਾ ਹੋਵੇਗਾ। ਮਾਲੂਮ ਹੁੰਦਾ ਹੈ ਕਿ ਇੱਥੇ ਲੰਗੋਟੀ ਤੋਂ ਕਬੀਰ ਜੀ ਦਾ ਭਾਵ ਬਾਂਸਲੀ ਤੋਂ ਹੈ। ਇਸ ਜੋੜੇ ਹੋਏ ਧਨ ਦਾ ਇਤਨਾ ਖਿਆਲ ਰੱਖਦਾ ਹੋਵੇ ਕਿ ਬਾਂਸਲੀ ਪਾ ਕੇ ਲੱਕ ਨਾਲ ਬੰਨੀ ਫਿਰਦਾ ਹੋਵੇ, ਉਸ ਨੂੰ ਵੀ ਮਰਨ ਵੇਲੇ ਕੁਝ ਪ੍ਰਾਪਤ ਨਹੀਂ ਹੁੰਦਾ। ਉਸ ਦੇ ਸੰਬੰਧੀ ਉਸ ਦੀ ਬਾਂਸਲੀ ਵੀ ਤੋੜ ਕੇ ਲਾ ਲੈਂਦੇ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਕਬੀਰ ਵੈਸ਼ਨੋ ਹੁਆ ਤਾਂ ਕਿਆ ਭਇਆ, ਮਾਲਾ ਮੈਲੀ ਚਾਰ। ਬਾਬਾ ਕਬੀਰ ਜੀ ਕਹਿ ਰਹੇ ਨੇ, ਪ੍ਰਭੂ ਦਾ ਸਿਮਰਨ ਛੱਡ ਕੇ ਨਿਰਾ ਧਨ ਕਮਾਉਣ ਵੇਲੇ ਵਾਲੇ ਬੰਦੇ ਉਮਰ ਜਾਈ ਗਵਾਉਂਦੇ ਹਨ, ਕਿਉਂਕਿ ਧਨ ਇੱਥੇ ਹੀ ਪਿਆ ਰਹਿੰਦਾ ਹੈ। ਪਰ ਨਿਰਭੇਖ ਨੂੰ ਹੀ ਭਗਤੀ ਮਾਰਗ ਸਮਝਣ ਵਾਲੇ ਵੀ ਕੁਝ ਖੱਟ ਨਹੀਂ ਰਹੇ। ਜੇ ਕਿਸੇ ਮਨੁੱਖ ਨੇ ਤਿਲਕ ਚੱਕਰ ਲਾ ਕੇ ਅਤੇ 4 ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨੂ ਭਗਤ ਖਵਾ ਲਿਆ, ਉਸਨੇ ਵੀ ਕੁਝ ਨਹੀਂ ਖੱਟਿਆ। ਹੁਣ ਬਾਬਾ ਜੀ ਦਾ ਭਾਵ ਇਹ ਨਹੀਂ ਕਿ ਤੁਸੀਂ ਕਿਰਤ ਨਹੀਂ ਕਰਨੀ, ਨਾਮ ਨਹੀਂ ਜਪਣਾ। ਉਹਨਾਂ ਨੇ ਕਿਹਾ ਨਿਰਾ ਧਨ ਕਮਾਉਣ। ਨਿਰੇ ਦਾ ਮਤਲਬ ਕਿ ਨਿਰਾ ਧਨ ਕਮਾਉਣ, ਵੀ ਕੱਲਾ ਧਨ ਪਿੱਛੇ ਹੀ ਲੱਗਿਆ ਰਿਹਾ। ਨਿਰੇ ਦਾ ਭਾਵ ਕੱਲੇ ਧਨ ਪਿੱਛੇ। ਧਨ ਕਮਾਉਣਾ, ਮਿਹਨਤ ਕਰਨੀ, 10 ਨੌਵਾਂ ਦੀ ਕਿਰਤ ਕਰਨੀ ਤੋਂ ਨਹੀਂ ਰੋਕਿਆ ਵਰਜਿਆ। ਕਰੋ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਬਾਬਾ ਜੀ ਕਹਿੰਦੇ ਕੱਲੀ ਕਿਰਤ ਨਾਲ ਹੀ ਜੁੜ ਕੇ ਉਸ ਮਾਲਕ ਨੂੰ ਭੁਲਾ ਦਿੱਤਾ, ਉਸ ਵਾਹਿਗੁਰੂ ਨੂੰ ਭੁਲਾ ਦਿੱਤਾ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਦੋਵੇਂ ਧਨ ਜ਼ਰੂਰੀ ਨੇ, ਨਾਮ ਦਾ ਧਨ ਵੀ ਜ਼ਰੂਰੀ ਹੈ ਤੇ ਇਹ ਵੀ ਦੁਨਿਆਵੀ ਧਨ ਵੀ ਜ਼ਰੂਰੀ ਹੈ। ਬਾਹਰ ਕੰਚਨ ਬਾਹਰਾ, ਭੀਤਰ ਭਰੀ ਭੰਗਾਰ। ਇਸ ਧਾਰਮਿਕ ਭੇਖ ਦੇ ਕਾਰਨ ਬਾਹਰੋਂ ਵੇਖਣ ਨੂੰ ਭਾਵੇਂ ਸ਼ੁੱਧ ਸੋਨਾ ਦਿਸੇ, ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ। ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ। ਬਾਬਾ ਜੀ ਕਹਿ ਰਹੇ ਨੇ, ਜਾਏ ਜਾ ਕੇ ਸੰਗ ਤੇ ਵਿਛੜਾ, ਤਾਂ ਹੀ ਸੰਗ ਮਿਲਨ ਕੀ ਤਾਂਗ। ਦਾ ਹੰਕਾਰ ਛੱਡ ਕੇ ਰਾਹ ਵਿੱਚ ਪਏ ਹੋਏ ਰੋੜੇ ਵਰਗਾ ਹੋ ਜਾ, ਤੇ ਰੇਕ ਰਾਹੀ ਦੇ ਠੇਡੇ ਸਹਾਰ। ਐਸਾ ਕੋਈ ਦਾਸ ਹੋਏ, ਤਾਹੇ ਮਿਲੇ ਭਗਵਾਨ। ਜਿਹੜਾ ਕੋਈ ਮਨੁੱਖ ਅਜਿਹਾ ਸੇਵਕ ਬਣ ਜਾਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਇੰਨਾ ਨੀਵਾਂ ਹੋਣਾ ਪੈਂਦਾ ਹੈ। ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ। ਹੁਣ ਬਾਬਾ ਜੀ ਕਹਿ ਰਹੇ ਨੇ, ਪੰਥੀ ਹੁੰਦਾ ਰਾਹੀ, ਮੁਸਾਫਰ। ਪਰ ਇਹ ਕਬੀਰ
ਤੂੰ ਰੋੜਾ ਵੀ ਬਣਿਆ, ਵੀ ਅਜੇ ਪੂਰੀ ਕਾਮਯਾਬੀ ਨਹੀਂ ਹੁੰਦੀ, ਤੂੰ ਰੋੜਾ ਵੀ ਬਣ ਗਿਆ। ਕਿਉਂਕਿ ਰੋੜਾ ਠੇਡੇ ਤਾਂ ਸਹਾਰਦਾ ਹੈ, ਪਰ ਨੰਗੇ ਪੈਰੀ ਤੁਰਨ ਵਾਲੇ ਰਾਹੀਆਂ ਦੇ ਪੈਰਾਂ ਵਿੱਚ ਚੁੱਭਦਾ ਵੀ ਹੈ। ਤੂੰ ਕਿਸੇ ਨੂੰ ਦੁੱਖ ਨਹੀਂ ਦੇਣਾ, ਦੁੱਖ ਨਹੀਂ ਦੇਣਾ। ਅੱਗੇ ਬਾਬਾ ਜੀ ਕਹਿ ਰਹੇ ਨੇ, ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇਹ। ਧਰਨੀ ਹੁੰਦੀ ਧਰਤੀ, ਖੇ ਮਿੱਟੀ, ਬਰੀਕ ਮਿੱਟੀ ਦੀ ਧੂੜ। ਏ ਵਾਹਿਗੁਰੂ ਰਾਮ ਪ੍ਰਭੂ, ਤੇਰਾ ਭਗਤ ਜਿਹਾ ਨਰਮ ਦਿਲ ਬਣ ਜਾਂਦਾ ਹੈ ਜਿਵੇਂ ਰਾਹ ਦੀ ਬਰੀਕ ਧੂੜ ਹੈ। ਤੇ ਬਾਬਾ ਕਬੀਰ ਜੀ ਅੱਗੇ ਕੀ ਕਹਿ ਰਹੇ ਨੇ, ਕਬੀਰ ਖੇ ਹੋਈ ਤਾਂ ਕਿਆ ਭਇਆ, ਜੋੜ ਲਾਗੇ ਅੰਗ। ਬਾਬਾ ਕਬੀਰ ਜੀ ਕਹਿੰਦੇ ਨੇ, ਖੇ ਵਾਂਗ ਵੀ ਬਣਿਆ ਵੀ ਅਜੇ ਕਸਰ ਰਹਿ ਜਾਂਦੀ ਹੈ। ਖੇ ਪੈਰਾਂ ਨਾਲ ਉੱਡ ਕੇ ਰਾਹੀਆਂ ਦੇ ਅੰਗਾਂ ਉੱਤੇ ਪੈਂਦੀ ਹੈ। ਹਰ ਜਨ ਐਸਾ ਚਾਹੀਏ ਜੋ ਪਾਨੀ ਸਰਬੰਗ। ਸਰਬੰਗ ਹੁੰਦਾ ਸਾਰੇ ਅੰਗਾਂ ਨਾਲ ਮੈਲ ਰੱਖਣ ਵਾਲਾ, ਸਰਬੰਗ। ਪਰਮਾਤਮਾ ਦਾ ਭਗਤ ਅਜਿਹਾ ਚਾਹੀਦਾ ਹੈ ਜਿਵੇਂ ਪਾਣੀ ਹਰੇਕ ਸ਼ਕਲ ਦੇ ਭਾਂਡੇ ਨਾਲ ਸਮਾਈ ਰੱਖਦਾ ਹੈ। ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਸੀਰਾ ਹੁੰਦਾ ਸੀਰਾ, ਸੀਤਲ ਠੰਡਾ, ਤਾਤਾ ਤੱਤਾ ਗਰਮ। ਬਾਬਾ ਕਬੀਰ ਜੀ ਕਹਿੰਦੇ, ਪਾਣੀ ਵਾਂਗ ਸਭ ਨਾਲ ਮੇਲ ਰੱਖਿਆ ਵੀ ਅਜੇ ਪੂਰਨਤਾ ਨਸੀਬ ਨਹੀਂ ਹੁੰਦੀ। ਪਾਣੀ ਕਦੇ ਠੰਡਾ ਹੁੰਦਾ ਹੈ ਤੇ ਕਦੇ ਤੱਤਾ ਹੋ ਜਾਂਦਾ ਹੈ, ਗਰਮ ਹੋ ਜਾਂਦਾ ਹੈ। ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਭਗਤ ਜਿਹਾ ਹੋਣਾ ਚਾਹੀਦਾ ਹੈ, ਹਰੀ ਦਾ ਜਨ, ਰੱਬ ਦਾ ਪਿਆਰਾ, ਕਿ ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਅ ਨੂੰ ਇਤਨਾ ਅਡੋਲ ਰੱਖੇ ਕਿ ਇਸ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਾ ਰਹਿ ਜਾਏ। ਇਹੋ ਜਿਹਾ ਹਰੀ ਦਾ ਜਨ, ਰੱਬ ਦਾ ਪਿਆਰਾ ਹੋਣਾ ਚਾਹੀਦਾ ਹੈ। ਊਚ ਭਵਨ ਕਨ ਕਾਮਨੀ, ਸਿਖਰ ਧੱਜਾ ਫਹਰਾਏ। ਊਚ ਤਾਂ ਤੇ ਭਲੀ ਮਧੂ ਕਰੀ, ਸੰਤ ਸੰਗ ਗੁਣ ਗਾਏ। ਇੱਥੇ ਬਾਬਾ ਜੀ ਕਹਿ ਰਹੇ ਨੇ, ਕਨ ਕਾਮਨੀ, ਕਨ ਕਾਮਨੀ। ਪਹਿਲਾ ਅੱਖਰ ਕੱਕਾ ਇਕੱਠੇ ਮਿਲਾ ਦਿੱਤੇ ਗਏ ਹਨ। ਕਨਕ, ਸੋਨਾ, ਧਨ, ਦੌਲਤ। ਕਾਮਨੀ ਸੁੰਦਰ ਇਸਤਰੀ, ਸਿਖਰ ਮਹਿਲ ਦੀ ਚੋਟੀ ਤੇ ਧਜਾ, ਉੱਚੇ ਮਹਿਲ ਮਾੜੀਆਂ ਹੋਣ, ਬੜਾ ਧਨ ਪਦਾਰਥ ਹੋਵੇ, ਸੁੰਦਰ ਇਸਤਰੀ ਹੋਵੇ, ਮਹਿਲ ਦੀ ਚੋਟੀ ਉੱਤੇ ਝੰਡਾ ਝੂਲਦਾ ਹੋਵੇ, ਤਾਂ ਤੇ ਭਲੀ ਮਧੂ ਕਰੀ, ਸੰਤ ਸੰਗ ਗੁਣ ਗਾਏ। ਮਧੂ ਕਰੀ ਦਰ ਦਰ ਤੋਂ ਮੰਗਤਿਆਂ ਵਾਂਗ ਮੰਗੀ ਹੋਈ ਪਿਛਿਆ, ਪਰ ਜੇ ਪ੍ਰਭੂ ਦੇ ਨਾਮ ਤੋਂ ਸੁੰਝਾ ਹੋਵੇ, ਇਸ ਸਾਰੇ ਰਾਜ ਭਾਗ ਨਾਲੋਂ ਮੰਗ ਕੇ ਲਿਆਂਦੀ ਪਿਛਿਆ ਚੰਗੀ ਹੈ। ਜੇ ਮਨੁੱਖ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੋਵੇ। ਵੇਖੋ ਬਾਬਾ ਜੀ ਨੇ ਕਿੰਨੀ ਸੋਹਣੀ ਉਦਾਹਰਨ ਦਿੱਤੀ ਹੈ। ਕਹਿੰਦੇ ਇੰਨਾ ਰਾਜ ਭਾਗ ਹੋਵੇ, ਸੁੰਦਰ ਉੱਚੇ ਮਹਿਲ ਮਾੜੀਆਂ ਹੋਣ, ਬੜਾ ਧਨ ਹੋਵੇ, ਪਦਾਰਥ ਹੋਵੇ, ਸੁੰਦਰ ਇਸਤਰੀ ਹੋਵੇ, ਉੱਪਰ ਮਹਿਲ ਦੀ ਚੋੜੀ ਤੇ ਝੰਡਾ ਝੂਲਦਾ ਹੋਵੇ, ਪਰ ਬਾਬਾ ਜੀ ਕਰਨ ਤਾਂ ਤੇ ਭਲੀ ਮਧੂ ਕਰੀ, ਸੰਤ ਸੰਗ ਗੁਣ ਗਾਏ। ਕਹਿੰਦੇ ਜੇ ਪ੍ਰਭੂ ਦੇ ਨਾਮ ਤੋਂ ਸੁੰਝਾ ਹੋਵੇ, ਨਾਮ ਨਾ ਜਪੇ, ਇਹ ਸਾਰਾ ਰਾਜ ਭਾਗ ਨਾਲੋਂ ਮੰਗ ਕੇ ਲਿਆਂਦੀ ਪਿਛਿਆ ਹੀ ਚੰਗੀ ਹੈ। ਵਿਖਿਆ ਜਿਹਨੂੰ ਕਹਿੰਦੇ ਜਿਹੜਾ ਮੰਗਣ ਗਿਆ ਸੋ ਮਰ ਗਿਆ, ਕਹਿੰਦੇ ਉਹ ਹੀ ਚੰਗੀ ਹੈ ਜੇ ਮਨੁੱਖ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੋਵੇ। ਹੁਣ ਵੇਖੋ ਕਿੱਡੀ ਵੱਡੀ ਉਦਾਹਰਨ ਦਿੱਤੀ ਹੈ ਬਾਬਾ ਜੀ ਨੇ, ਭਗਤ ਜੀ ਨੇ, ਕਿ ਕਿਵੇਂ ਏਡੇ ਵੱਡੇ ਘਰ ਹੋਣ, ਮਹਿਲ ਹੋਣ, ਜੇ ਪਰਮਾਤਮਾ ਦਾ ਭਜਨ ਸਿਮਰਨ ਨਾ ਹੋਵੇ ਤਾਂ ਇਹਦੇ ਨਾਲੋਂ ਮੰਗਤਾ ਹੀ ਚੰਗਾ ਹੈ। ਜਿਹੜਾ ਸਿਮਰਨ ਤਾਂ ਕਰਦਾ ਹੈ, ਸਾਧੂ ਸੰਤਾਂ ਦੀ ਸੇਵਾ ਵੀ ਕਰਦਾ ਹੈ, ਰੱਬ ਦਾ ਪਿਆਰਾ, ਉਹ ਹੀ ਇਸ ਤੋਂ ਵੱਡਾ ਧਨਾੜ ਹੈ, ਅਮੀਰ ਹੈ। ਨਾਮ ਜਪਣ ਵਾਲਾ, ਪਿਛਿਆ ਮੰਗਣ ਵਾਲਾ, ਉਹ ਹੀ ਚੰਗਾ ਹੈ। ਇਸ ਕਰਕੇ ਭਾਈ ਆਓ ਆਪਾਂ ਭਜਨ ਸਿਮਰਨ ਨਾਲ ਜੁੜੀਏ, ਨਾਮ ਜਪੀਏ, ਤਾਂ ਹੀ ਸਾਡਾ ਇੱਥੇ ਜੱਗ ਤੇ ਆਉਣਾ ਸਫਲਾ ਹੈ, ਨਹੀਂ ਤਾਂ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ।
ਇਹ ਮਨੁੱਖਾ ਦੇਹੀ ਬੜੇ ਜੁਗਾਂ ਬਾਅਦ ਮਿਲੀ ਹੈ। ਫਿਰ ਤਾਂ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ। ਆਓ ਆਪਾਂ 2 ਮਿੰਟ ਵਾਸਤੇ ਸਿਮਰਨ ਕਰੀਏ। ਇੱਕ ਜੁਗਤੀ ਹੈ, ਵਿਧੀ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ। ਆਪਣੀ ਆਵਾਜ਼ ਨੂੰ ਬੋਲ ਕੇ ਆਪਾਂ ਆਪ ਹੀ ਸੁਣਨਾ ਹੈ। ਵਾਹਿਗੁਰੂ ਗੁਰੂ ਮੰਤਰ ਹੈ, ਜਪ ਹੋਮੇ ਖੋਈ। ਆਓ ਆਪਾਂ ਸਾਰੇ ਸਿਮਰਨ ਕਰੀਏ। ਨੇਤਰ ਬੰਦ ਕਰਕੇ ਸਿਮਰਨ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ, ਜਿਸ ਦੇ ਸਦਕਾ ਆਪਾਂ ਨੂੰ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਜੀ। ਭੁੱਲਾਂ ਚੁੱਕਾਂ ਦੀ ਮਾਫੀ ਆਪ ਸੰਗਤ ਤੇ ਗੁਰੂ ਜੀ ਬਖਸ਼ਣਯੋਗ ਹਨ ਜੀ, ਬਖਸ਼ ਦੇਣਾ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।